ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਿਦਿਆਰਥੀਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਪੰਜਾਬੀ ਵਿਸ਼ਾ ਦੀ ਵਿਸ਼ਾ ਅਧਿਆਪਕਾ ਸਲੋਨੀ ਅਰੋੜਾ। ਅੱਜ ਆਪਾਂ 9ਵੀਂ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਕ ਰੰਗ ਭਾਗ 1 ਵਿਚਲੀ ਦੂਜੀ ਕਹਾਣੀ ਬਾਰੇ ਪੜਾਂਗੇ। ਇਸ ਤੋਂ ਪਹਿਲੀ ਵੀਡੀਓਜ਼ ਦੇ ਵਿੱਚ ਤੁਸੀਂ ਇਸ ਕਹਾਣੀ ਦੇ ਕਹਾਣੀਕਾਰ ਬੰਤ ਸਿੰਘ ਚੱਠਾ ਦੀ ਸ਼ਖਸੀਅਤ ਬਾਰੇ ਜਾਣ ਚੁੱਕੇ ਹੋ ਔਰ ਦੂਜੀ ਵੀਡੀਓ ਦੇ ਵਿੱਚ ਮਾਈਂਡ ਮੈਪ ਦੇ ਜ਼ਰੀਏ ਇਸ ਕਹਾਣੀ ਬਾਰੇ ਜਾਣ ਚੁੱਕੇ ਹੋ। ਅੱਜ ਆਪਾਂ ਇਸ ਕਹਾਣੀ ਨੂੰ ਵਿਸਥਾਰ ਨਾਲ ਪੜਾਂਗੇ। ਇਸ ਕਹਾਣੀ ਵਿੱਚ ਕਹਾਣੀਕਾਰ ਉਹਨਾਂ ਮਾਪਿਆਂ ਵਰਗੀ ਸੋਚ ਦਾ ਧਾਰਨੀ ਸੀ ਜੋ ਆਪਣੇ ਮੁੰਡੇ ਕੁੜੀਆਂ ਨੂੰ ਪਰਦੇਸ ਤੋਰ ਕੇ ਆਪਣੇ ਪਰਿਵਾਰ ਨੂੰ ਆਰਥਿਕ ਤੌਰ 'ਤੇ ਖੁਸ਼ਹਾਲ ਵੇਖਣਾ ਚਾਹੁੰਦੇ ਹਨ। ਕਹਾਣੀਕਾਰ ਦੀ ਧੀ ਰਾਣੀ, ਜੋ ਕਿ MA BEd ਕਰ ਚੁੱਕੀ ਸੀ, ਆਪਣੇ ਦੇਸ਼ ਵਿੱਚ ਧੀਆਂ ਦੀ ਬੇਰੁਜ਼ਗਾਰੀ ਨੂੰ ਵੇਖ ਕੇ ਕਹਾਣੀਕਾਰ ਦੀ ਪਤਨੀ ਸਲਾਹ ਦਿੰਦੀ ਹੈ ਕਿ ਆਪਾਂ ਵੀ ਰਾਣੀ ਲਈ ਕੋਈ ਵਿਦੇਸ਼ ਗਿਆ ਮੁੰਡਾ ਲੱਭ ਕੇ ਇਸ ਨੂੰ ਜਹਾਜ਼ ਚੜਾ ਕੇ 7 ਸਮੁੰਦਰੋਂ ਪਾਰ ਭੇਜ ਦਈਏ। ਆਪਾਂ ਰੋਜ਼ ਖਬਰਾਂ ਵਿੱਚ ਪੜ੍ਹਦੇ ਸੁਣਦੇ ਹਾਂ ਕਿ ਢੇਰ ਸਾਰੀਆਂ ਜਮਾਤਾਂ ਪੜ੍ਹੀਆਂ ਕੁੜੀਆਂ ਆਪਣੀ ਹੀ ਰੋਜ਼ੀ ਰੋਟੀ ਲਈ ਬੇਰੁਜ਼ਗਾਰ ਹੋਈਆਂ ਫਿਰਦੀਆਂ। ਜਦੋਂ ਉਹ ਸਮੇਂ ਦੀਆਂ ਸਰਕਾਰਾਂ ਤੋਂ ਨੌਕਰੀ ਦੀਆਂ ਮੰਗਦੀਆਂ ਹਨ ਤਾਂ ਉਹਨਾਂ ਨੂੰ ਪੁਲਿਸ ਵੱਲੋਂ ਡਾਂਗਾਂ ਨਾਲ ਕੁੱਟਿਆ ਜਾਂਦਾ ਹੈ। ਚੌਂਕਾਂ ਵਿੱਚ ਧਰਨੇ ਮੁਜ਼ਾਹਰੇ ਕਰਦਿਆਂ ਗੁੱਤਾਂ ਤੋਂ ਪੱਟੀਆਂ ਜਾਂਦੀਆਂ ਨੇ, ਲੱਤਾਂ ਬਾਹਾਂ ਤੋਂ ਫੜ ਕੇ ਘੜੀਸਿਆ ਜਾਂਦਾ ਹੈ। ਘੜੀਸਿਆ ਤੋਂ ਭਾਵ ਹੈ ਘਸੀਟਿਆ। ਕਈ ਵਾਰ ਬੇਰੁਜ਼ਗਾਰ ਕੁੜੀਆਂ ਦਾ ਇਕੱਠ ਪਾਣੀ ਵਾਲੀਆਂ ਟੈਂਕੀਆਂ 'ਤੇ ਚੜ੍ਹ ਕੇ ਆਤਮ ਹੱਤਿਆ ਤੱਕ ਕਰਨ ਲਈ ਮਜਬੂਰ ਹੋ ਜਾਂਦਾ ਹੈ। ਆਪਣੇ ਆਪ ਨੂੰ ਅੱਗ ਲਾ ਕੇ ਸਾੜ ਲੈਂਦੀਆਂ ਨੇ। ਮੈਂ ਤਾਂ ਤੁਹਾਨੂੰ ਇਸ ਡਰੋਂ ਕਹਿੰਦੀ ਹਾਂ ਕਿ ਇੰਨੀ ਪੜ੍ਹਾ ਲਿਖਾ ਕੇ ਕਿਤੇ ਕੁੜੀ ਤੋਂ ਹੱਥ ਨਾ ਧੋ ਲਈਏ। ਇੱਛਾ ਤਾਂ ਭਾਵੇਂ ਮੇਰੀ ਵੀ ਇਹੀ ਸੀ। ਹੁਣ ਜਦੋਂ ਪਤਨੀ ਦੀਆਂ ਡਰਾਉਣੀ ਜਿਹੀਆਂ ਗੱਲਾਂ ਸੁਣੀਆਂ ਤਾਂ ਮੈਂ ਪੱਕਾ ਇਰਾਦਾ ਬਣਾ ਲਿਆ। ਮੈਂ ਸੋਚਿਆ ਕਿ ਇੰਨੀ ਸੋਹਣੀ ਤੇ ਪੜ੍ਹੀ ਲਿਖੀ ਧੀ ਨੂੰ ਵਿਦੇਸ਼ ਲੈ ਕੇ ਜਾਣ ਤੋਂ ਭਲਾ ਕੋਈ ਕਿਵੇਂ ਨਾ ਕਰੂ। ਮੇਰੀ ਧੀ ਨੂੰ ਦਾਜ ਨੂੰ ਵੇਖ ਕੇ ਅਗਲੇ ਕਿਉਂ ਛੱਡਣਗੇ ਇਹ ਰਿਸ਼ਤਾ। ਸੋ ਇਸ ਵਿਚਾਰ ਨੂੰ ਲੈ ਕੇ ਮੈਂ ਅਤੇ ਪਤਨੀ ਨੇ ਪੱਕਾ ਇਰਾਦਾ ਬਣਾ ਲਿਆ ਕਿ ਕੁੜੀ ਪਰਦੇਸ ਤੋਰ ਕੇ ਹੀ ਦਮ ਲੈਣਾ ਹੈ। ਹੁਣ ਜਦੋਂ ਵੀ ਕੋਈ ਮੁੰਡਾ ਵਿਦੇਸ਼ ਤੋਂ ਆਂਦਾ, ਕੈਨੇਡਾ, ਅਮਰੀਕਾ ਜਾਂ ਕਿਸੇ ਹੋਰ ਦੇਸ਼ ਤੋਂ ਆਂਦਾ ਤਾਂ ਅਸੀਂ ਪੈਰੀ ਜੁੱਤੀ ਨਾ ਪਾਉਂਦੇ, ਅੰਗਲੀ ਸੰਗਲੀ ਉਹਨਾਂ ਨਾਲ ਕੱਢ ਕੇ ਅਗਲੇ ਦੇ ਅੱਗੇ ਪਿੱਛੇ ਫਿਰਦੇ। ਵਿਦਿਆਰਥੀਓ, ਇੱਥੇ ਅੰਗਲੀ ਸੰਗਲੀ ਤੋਂ ਭਾਵ ਹੈ ਰਿਸ਼ਤੇਦਾਰੀ ਜਾਂ ਸਾਕ ਸ਼ਰੀਕੀ। ਹੁਣ ਸਾਡੀ ਇੱਛਾ ਲਾਲਚ ਵਿੱਚ ਬਦਲ ਗਈ ਸੀ ਕਿ ਆਪਣੀ ਲੜਕੀ ਦਾ ਵਿਆਹ ਪ੍ਰਦੇਸ ਗਏ ਲੜਕੇ ਨਾਲ ਕਰ ਦੇਣੇ ਤਾਂ ਕੁੜੀ ਦੇ ਵਿਆਹ ਪਿੱਛੋਂ ਅਸੀਂ ਸਾਰਾ ਟੱਬਰ ਹੀ ਵਿਦੇਸ਼ਾਂ ਵਿੱਚ ਸੈੱਟ ਹੋ ਜਾਵਾਂਗੇ। ਮੈਂ ਅਤੇ ਮੇਰੇ ਮੁੰਡੇ ਉੱਥੇ ਬਾਹਰ ਜਾਣ ਦੀ ਖੁਸ਼ੀ ਵਿੱਚ ਸਾਰੇ ਟੱਬਰ ਦੀਆਂ ਰਾਤਾਂ ਦੀਆਂ ਨੀਂਦਾਂ ਉੱਡ ਗਈਆਂ। ਹੁਣ ਸਾਨੂੰ ਸਾਡੀ ਰਾਣੀ ਧੀ ਕੋਰੂ ਦਾ ਖਜ਼ਾਨਾ ਲੱਗ ਰਹੀ ਸੀ। ਇੱਥੇ ਕੋਰੂ ਦਾ ਖਜ਼ਾਨਾ ਤੋਂ ਭਾਵ ਹੈ ਬਹੁਤ ਵੱਡਾ ਖਜ਼ਾਨਾ। ਹੁਣ ਤਾਂ ਉੱਥੇ ਜਾ ਕੇ ਬਸ ਪੰਡਾ ਬੰਨ੍ਹਣ ਦੀ ਕਾਹਲ ਹੀ ਤਾਂ ਸੀ। ਇੱਥੇ ਪੰਡਾ ਬੰਨ੍ਹਣ ਤੋਂ ਭਾਵ ਹੈ ਕਿ ਵਧੇਰੇ ਧਨ ਕਮਾਉਣਾ। ਹੁਣ ਮੈਂ ਉਹਨਾਂ ਲੋਕਾਂ ਦੀ ਭਾਲ ਕਰਕੇ ਮਿੱਤਰ ਬਣਾਉਣ ਦੀ ਕੋਸ਼ਿਸ਼ ਕਰਦਾ ਜਿਨ੍ਹਾਂ ਦੇ ਪੁੱਤ ਜਾਂ ਰਿਸ਼ਤੇਦਾਰ ਵਿੱਚੋਂ ਪਰਦੇਸ ਗਏ ਹੋਣ। ਉਹਨਾਂ ਦੀ ਚਾਪਲੂਸੀ ਕਰਦਾ, ਜ਼ਮੀਰ ਮਾਰ ਕੇ ਵੀ ਮੈਂ ਉਹਨਾਂ ਲਈ ਅਣਚਾਹੇ ਕੰਮ ਕਰਦਾ। ਮੈਨੂੰ ਫੇਰ ਸ਼ਰਮ ਵੀ ਕਾਹਦੀ ਸੀ ਜਦੋਂ ਮੇਰੀ ਸੰਗ ਹੀ ਲੈ ਗਈ ਸੀ। ਇੱਥੇ ਸੰਗ ਤੋਂ ਭਾਵ ਸ਼ਰਮ ਤੋਂ ਹੈ। ਮੈਂ ਹੁਣ ਉਹਨਾਂ ਲੋਕਾਂ ਜਾਂ ਆਂਢ ਗੁਆਂਢ ਦੀ ਤਾਬਿਆਦਾਰੀ ਵੀ ਕਰਦਾ ਜਿਨ੍ਹਾਂ ਦੀ ਮੈਂ ਕਦੇ ਪਿੱਠ ਤਾਂ ਕਿ ਮੂੰਹ ਵੀ ਨਹੀਂ ਸੀ ਵੇਖਿਆ। ਇੱਥੇ ਤਾਬਿਆਦਾਰੀ ਤੋਂ ਭਾਵ ਵਿਦਿਆਰਥੀਓ ਅਧੀਨਗੀ ਜਾਂ ਕਹਿਣਾ ਮੰਨਣਾ ਹੁੰਦਾ ਹੈ। ਸਾਡੇ ਪਰਿਵਾਰ ਵਿੱਚ ਨਿੱਤ ਦੀਆਂ ਕਿਆਸ ਰਾਇਆਂ ਕਰਕੇ ਦਿਮਾਗ ਵਿੱਚ ਇਹੀ ਕੀੜਾ ਖੋੜ ਪਾ ਰਿਹਾ ਸੀ। ਇੱਥੇ ਕਿਆਸ ਰਾਇਆ ਤੋਂ ਭਾਵ ਹੈ ਅੰਦਾਜ਼ਾ ਲਗਾਇਆ ਜਾਂਦਾ ਤੇ ਨਿੱਤ ਇਹੀ ਕੀੜ ਕੌੜੇ ਤੋਂ ਭਾਵ ਹੈ ਕੀੜਾ ਤੋਂ ਭਾਵ ਹੈ ਲਾਲਚ, ਜਿਹੜਾ ਕਿ ਧੀ ਨੂੰ ਵਿਦੇਸ਼ ਤੋਰਨ ਦਾ ਸੀ। ਔਰ ਖੋੜ ਹੁੰਦਾ ਹੈ ਮੋਰੀ, ਛੇਦ। ਕਦੋਂ ਸਾਡੀ ਰਾਣੀ
ਜਹਾਜ਼ ਚੜ੍ਹੇ। ਫਿਰ ਅਸੀਂ ਵੀ ਦਿਨਾਂ ਤੇ ਮਹੀਨਿਆਂ ਵਿੱਚ ਕਾਗਜ਼ ਪੱਤਰ ਬਣਾ ਕੇ ਉੱਧਰ ਕਾਰਾਂ ਤੇ ਝੂਟੇ ਲੈਂਦੇ ਐਸ਼ ਸੁਖ ਜੀਵਨ ਤੋਂ ਛੁਟਕਾਰਾ ਪਾ ਲਵਾਂਗੇ। ਕਾਗਜ਼ ਪੱਤਰ ਤੋਂ ਭਾਵ ਇੱਥੇ ਪੇਪਰ ਜਾਂ ਦਸਤਾਵੇਜ਼ ਜਿਹੜੇ ਬਾਹਰ ਜਾਣ ਲਈ ਜ਼ਰੂਰੀ ਹੁੰਦੇ ਨੇ। ਪਰ ਰਾਣੀ ਧੀ ਨਾਲ ਅਸੀਂ ਕਦੇ ਕੋਈ ਗੱਲ ਸਾਂਝੀ ਨਾ ਕਰਦੇ। ਪਤਾ ਨਹੀਂ ਸਾਨੂੰ ਉਸ ਤੋਂ ਕਿਉਂ ਕੋਈ ਭੈ ਜਿਹਾ ਲੱਗਦਾ। ਇੱਥੇ ਵਿਦਿਆਰਥੀਓ, ਭੈ ਤੋਂ ਭਾਵ ਡਰ ਤੋਂ ਹੈ। ਇੱਕ ਦਿਨ ਅਣੀ ਪਟਕੇ ਕੈਨੇਡਾ ਵਿੱਚੋਂ ਵਿਆਹ ਕਰਵਾਉਣ ਲਈ ਮੁੰਡਾ ਪੰਜਾਬ ਆਇਆ। ਅਣੀ ਪਟਕੇ ਤੋਂ ਭਾਵ ਇੱਥੇ ਅਚਾਨਕ ਤੋਂ ਹੈ। ਭੱਜ ਨੱਠ ਕਰਕੇ ਸਿਫਾਰਸ਼ਾਂ ਨਾਲ ਅਸੀਂ ਉਹਨਾਂ ਤੱਕ ਪਹੁੰਚ ਕੀਤੀ। ਮੈਂ ਕਿਸੇ ਮਿੱਤਰ ਨੂੰ ਨਾਲ ਲੈ ਕੇ ਉਹਨਾਂ ਦੇ ਦਰਾਂ 'ਤੇ ਪਹੁੰਚਿਆ ਤਾਂ ਉਹ ਕਾਕਾ ਜੀ ਨੂੰ ਵੇਖ ਕੇ ਮੇਰਾ ਮਨ ਕੱਚਾ ਜਿਹਾ ਹੋ ਗਿਆ। ਇੱਥੇ ਦਰਾਂ ਤੋਂ ਭਾਵ ਹੈ ਦਰਵਾਜ਼ੇ, ਦਹਿਲੀਜ਼ ਵੀ ਕਹਿ ਸਕਦੇ ਹਾਂ। ਮਨ ਕੱਚਾ ਜਿਹਾ ਹੋ ਗਿਆ। ਕੱਚੇ ਤੋਂ ਭਾਵ ਹੈ ਮਾਯੂਸ, ਕਿ ਉਸ ਲੜਕੇ ਨੂੰ ਦੇਖ ਕੇ ਕਹਾਣੀਕਾਰ ਦੇ ਮਨ ਵਿੱਚ ਜਿਹੜੀਆਂ ਆਸ਼ਾਵਾਂ, ਉਮੀਦਾਂ ਸੀ ਉਹ ਕਿਧਰੇ ਮਾਯੂਸੀ ਵਿੱਚ ਬਦਲ ਗਈਆਂ। ਬਸ ਉਸ ਬੀਬੇ ਲੜਕੇ ਦੀ ਉਮਰ 40 ਕੁ ਵਰ੍ਹਿਆਂ ਦੀ ਅਜੇ ਮਸਾਂ ਹੀ ਹੋਈ ਹੋਣੀ ਹੈ। ਮਸਾਂ ਤੋਂ ਭਾਵ ਹੈ ਬੜੀ ਮੁਸ਼ਕਿਲ ਨਾਲ। ਮੈਂ ਤਾਂ ਵੇਖ ਕੇ ਚੁੱਪ ਹੀ ਰਿਹਾ। ਮੇਰਾ ਮਿੱਤਰ ਉਹਨਾਂ ਦੇ ਘਰ ਵਾਲਿਆਂ ਨਾਲ ਮੇਰੇ ਘਰ ਦੀ ਅਤੇ ਕੁੜੀ ਦੀ ਵਡਿਆਈ ਕਰਦਾ, ਸੌਦਾ ਤੈਅ ਕਰਕੇ ਗੱਲ ਮੁਕਾਉਣ ਦੀ ਵੀ ਕਾਹਲੀ ਕਰ ਰਿਹਾ ਸੀ। ਇੱਥੇ ਸੌਦਾ ਤੋਂ ਭਾਵ ਖਰੀਦੋ ਫਰੋਖਤੋਂ ਹੈ ਕਿ ਰਿਸ਼ਤਾ ਕਰਵਾਉਣ ਲਈ ਘ੍ਰਿਣਾਯੋਗ ਸ਼ਬਦ ਵਰਤਿਆ ਗਿਆ ਹੈ। ਮੈਂ ਉਸ ਨੂੰ ਪਾਸੇ ਲਿਜਾ ਕੇ ਕੁੜੀ ਤੇ ਮੁੰਡੇ ਦੀ ਉਮਰ ਦਾ ਦਿਨ ਰਾਤ ਦਾ ਫਰਕ ਦੱਸਿਆ। ਦਿਨ ਰਾਤ ਦਾ ਭਾਵ ਬਹੁਤ ਜ਼ਿਆਦਾ, ਕਿ ਕੁੜੀ ਦੀ ਉਮਰ ਤੇ ਮੁੰਡੇ ਦੀ ਉਮਰ ਵਿੱਚ ਬਹੁਤ ਜ਼ਿਆਦਾ ਫਰਕ ਸੀ। ਉਸਨੇ ਮੈਨੂੰ ਸਮਝਾਇਆ ਕਿ ਵੇਖੋ ਯਾਰ, ਤੂੰ ਤਾਂ ਜਮਾ ਹੀ ਕਮਲਾ ਹੈ। ਅੱਜ ਕੱਲ੍ਹ 45 ਸਾਲਾਂ ਦੀ ਵੀ ਕੋਈ ਵੱਡੀ ਉਮਰ ਹੁੰਦੀ ਹੈ। ਪਰਦੇਸੀ ਗਏ ਮੁੰਡਿਆਂ ਦੀਆਂ ਉਮਰਾਂ ਤਾਂ ਐਂ ਹੀ ਲੰਘ ਜਾਂਦੀਆਂ ਨੇ। ਉਸ ਦੀ ਆ 40 ਤੋਂ 45 ਸਾਲ ਦੀ ਗੱਲ ਸੁਣ ਮੇਰਾ ਚਿਹਰਾ ਪੀਲਾ ਪੈ ਗਿਆ ਸੀ। ਮੈਂ ਉਸ ਨੂੰ ਨਾ ਕਰ ਦਿੱਤੀ ਸੀ। ਮਿੱਤਰ ਮੇਰੇ ਸਿਰ ਅਹਿਸਾਨ ਕਰਦਾ ਹੁਣ ਕਹਿ ਰਿਹਾ ਸੀ, ਯਾਰ ਤੂੰ ਕਿੱਦਣ ਦਾ ਮੈਨੂੰ ਤਪਾ ਰਿਹਾ ਸੀ। ਕਿੱਦਣ ਤੋਂ ਭਾਵ ਕਿੰਨੇ ਦਿਨਾਂ ਤੋਂ, ਕਿ ਕਿੰਨੇ ਦਿਨਾਂ ਤੋਂ ਆਪਣੀ ਧੀ ਲਈ ਚੰਗੇ ਵਰ ਦੀ, ਬਾਹਰੋਂ ਆਏ ਮੁੰਡੇ ਦੀ ਵਰ ਦੇ ਲਈ ਉਸ ਨੂੰ ਕਲਪਾ ਰਿਹਾ ਸੀ। ਜੇ ਮੈਂ ਹੁਣ ਇਹਨਾਂ ਨਾਲ ਪੱਕੀ ਗੱਲ ਕਰੀ ਜਾਂਦਾ ਹਾਂ ਤਾਂ ਤੂੰ ਆ ਉਮਰ ਦਾ ਫਾਨਾ ਢਾਤਾ ਕਿ ਅੜਚਨ, ਕਿ ਰੁਕਾਵਟ ਪਾ ਦਿੱਤੀ, ਇਹ ਵੀ ਕਹਿ ਸਕਦੇ ਹਾਂ। ਆ ਤਾਂ ਸਭ ਗੱਲਾਂ ਮੇਲ ਨਹੀਂ ਖਾਂਦੀਆਂ। ਹੁਣ ਤੂੰ ਨੰਨਾ ਨਾ ਪਾ। ਇੱਥੇ ਨੰਨਾ ਤੋਂ ਭਾਵ ਹੈ ਨਾ ਕਰਨ ਤੋਂ। ਮੈਂ ਤਾਂ ਇਹਨਾਂ ਨਾਲ ਸਾਰੀ ਗੱਲ ਤੈਅ ਕਰਕੇ ਪੱਕੀ ਹਾਂ ਹੀ ਕਰਤੀ ਹੈ। ਉਸ ਦੀ ਦਬਾਅ ਵਾਲੀ ਗੱਲ ਹੇਠ ਮੈਂ ਦਬ ਕੇ ਰਹਿ ਗਿਆ ਸੀ। ਮੈਂ ਮੂੰਹੋਂ ਕੁਝ ਨਾ ਬੋਲਿਆ। ਉਸ ਮਿੱਤਰ ਨੇ ਉਹਨਾਂ ਮੁੰਡੇ ਵਾਲਿਆਂ ਨੂੰ ਮੇਰੇ ਘਰ ਆਉਣ ਦਾ ਸੱਦਾ ਦੇ ਦਿੱਤਾ। ਸ਼ਾਮ ਨੂੰ ਘਰ ਆ ਕੇ ਮੈਂ ਆਪਣੀ ਪਤਨੀ ਨਾਲ ਗੱਲ ਕੀਤੀ ਕਿ ਮੁੰਡੇ ਦੀ ਉਮਰ 45-50 ਸਾਲਾਂ ਨੂੰ ਢੁੱਕੀ ਹੋਈ ਹੈ। ਆਪਾਂ ਗੱਲ ਇੱਥੇ ਹੀ ਠੱਪ ਦਈਏ। ਇੱਥੇ ਠੱਪ ਦਈਏ ਤੋਂ ਭਾਵ ਹੈ ਕਿ ਗੱਲ ਇੱਥੇ ਹੀ ਖਤਮ ਕਰ ਦਈਏ। ਬਥੇਰੇ ਮੁੰਡੇ ਹੋਰ ਮਿਲ ਜਾਣਗੇ। ਮੈਂ ਗੱਲ ਵਧਾ ਕੇ ਦੱਸੀ। ਪਤਨੀ ਨੇ ਮੇਰੀ ਗੱਲ ਨੂੰ ਨਾ ਗੋਲਦੇ ਹੋਏ ਕਿਹਾ, ਬਾਹਰ ਗਏ ਮੁੰਡਿਆਂ ਦੀਆਂ ਉਮਰਾਂ ਤਾਂ ਤੁਰਦੇ ਫਿਰਦਿਆਂ ਹੀ ਲੰਘ ਹੀ ਜਾਂਦੀਆਂ ਨੇ। ਆਪਣੀ ਰਾਣੀ ਦੀ ਉਮਰ ਵੀ ਤਾਂ ਹੁਣ 25 ਦੀ ਹੋ ਜਾਊ ਇਸ ਦੀਵਾਲੀ ਨੂੰ। ਮੈਂ ਗੁੱਸੇ ਨਾਲ ਕਿਹਾ, ਕਿੱਥੇ 25 ਤੇ ਕਿੱਥੇ 50? ਤੈਨੂੰ ਇਸ ਉਮਰ ਦਾ ਫਰਕ ਹੀ ਨਹੀਂ ਲੱਗਦਾ ਕਿਤੇ? ਆਪਾਂ ਕਿਉਂ ਧੀ ਨੂੰ ਖੂਹ ਦੇ ਵਿੱਚ ਧੱਕਾ ਦਿੰਦੇ ਆ? ਕੁੜੀ ਨੇ ਉਹਦੇ ਨਾਲ
4 ਦਿਨ ਨਹੀਂ ਕੱਟਣੇ ਉੱਥੇ ਜਾ ਕੇ, ਫਿਰ ਆਪਾਂ ਹੀ ਅੱਖਾਂ 'ਚ ਘਸੁੰਨ ਦੇ ਕੇ ਰੋਵਾਂਗੇ ਪਿੱਛੋਂ। ਇੱਥੇ ਘਸੁੰਨ ਦੇ ਕੇ ਰੋਣ ਤੋਂ ਭਾਵ ਹੈ ਬਹੁਤ ਜ਼ਿਆਦਾ ਤਕਲੀਫ ਆਪਾਂ ਆਵਾਂਗੇ। ਆਪਣੀ ਮਾਂ ਨੂੰ ਨਾਲ ਲੈ ਕੇ ਪਰਦੇਸੀ ਕਾਕਾ ਸਾਡੇ ਘਰ ਆਇਆ। ਮੇਰਾ ਮਿੱਤਰ ਉਹਨਾਂ ਦੀ ਹਰ ਗੱਲ ਦਾ ਹਾਂ ਵਿੱਚ ਹੀ ਉੱਤਰ ਦੇ ਰਿਹਾ ਸੀ। ਅਸੀਂ ਵੀ ਦੋਵੇਂ ਪਤੀ ਪਤਨੀ ਉਹਨਾਂ ਕੋਲ ਜਾ ਬੈਠੇ। ਅਜੇ ਗੱਲਾਂ ਬਾਤਾਂ ਹੀ ਹੋ ਰਹੀਆਂ ਸਨ ਕਿ ਸਾਡੇ ਕੋਲ ਰਾਣੀ ਦੀਆਂ ਸਹੇਲੀਆਂ ਕੁੱਕੀ ਅਤੇ ਸ਼ੰਮੀ ਆਈਆਂ। ਕੁੱਕੀ ਨੇ ਮੈਨੂੰ ਕਿਹਾ, ਅੰਕਲ ਜ਼ਰਾ ਅੰਦਰ ਆਇਓ ਨਾ। ਮੈਂ ਉਹਨਾਂ ਮਹਿਮਾਨਾਂ ਵਿੱਚੋਂ ਉੱਠ ਕੇ ਅੰਦਰ ਕੁੜੀਆਂ ਕੋਲ ਗਿਆ। ਰਾਣੀ ਨੇ ਰੋਂਦੀ ਜਿਹੀ ਆਵਾਜ਼ 'ਚ ਕਿਹਾ, ਡੈਡੀ ਮੈਂ ਨਹੀਂ ਜਾਣਾ ਬਾਹਰ ਬੂਹਰ, ਅੱਜ ਦੀ ਅਖਬਾਰ ਪੜ੍ਹੋ। ਕੋਲ ਖੜੀਆਂ ਕੁੜੀਆਂ ਨੇ ਹਾਮੀ ਭਰੀ। ਹਾਮੀ ਤੋਂ ਭਾਵ ਹੈ ਹਾਂ ਵਿੱਚ ਆਪਣਾ ਸਿਰ ਹਿਲਾਇਆ। ਹਾਂ ਅੰਕਲ, ਅਖਬਾਰ ਵਿੱਚ ਅੱਜ ਬੜੀ ਭੈੜੀ ਖਬਰ ਆਈ ਏ। ਮੁੰਡੇ ਨੇ ਕੈਨੇਡਾ ਲੈ ਕੇ ਜਾਣ ਦਾ ਬਹਾਨਾ ਲਾ ਕੇ 5 ਲੱਖ ਰੁਪਏ ਦਾਜ ਲੈ ਕੇ ਇੱਧਰ ਕੁੜੀ ਨਾਲ ਵਿਆਹ ਕਰਵਾ ਲਿਆ। 4 ਸਾਲ ਹੋ ਗਏ ਵਿਆਹ ਹੋਏ ਨੂੰ, ਉਹ ਮੁੜ ਕੇ ਨਹੀਂ ਪਰਤਿਆ। ਕੁੜੀ ਤੇ ਉਸਦੇ ਮਾਪੇ ਉਡੀਕ ਰਹੇ ਐ ਕਿ ਉਹ ਕਦੋਂ ਆਊ। ਮੈਂ ਖਬਰ ਸੁਣ ਕੇ ਘਬਰਾ ਤਾਂ ਗਿਆ ਸੀ, ਪਰ ਉਹਨਾਂ ਦਾ ਮਨ ਟਿਕਾਉਣ ਲਈ ਕੁੜੀਆਂ ਨੂੰ ਕਿਹਾ, ਖਬਰ ਤਾਂ ਭਾਵੇਂ ਠੀਕ ਹੈ, ਭਾਵੇਂ ਤੋਂ ਭਾਵ ਇੱਥੇ ਭਾਵੇਂ ਤੋਂ ਲਿਆ ਗਿਆ ਹੈ, ਪਰ ਹਰੇਕ ਮੁੰਡਾ ਇਉਂ ਨਹੀਂ ਕਰਦਾ ਫਿਰਦਾ। ਰਾਣੀ ਨੇ ਪੱਕੀ ਜਿੱਦ ਕਰ ਲਈ ਕਿ ਬਾਹਰਲੇ ਦੇਸ਼ ਨਹੀਂ ਜਾਣਾ। ਡੈਡੀ ਤੁਸੀਂ ਇਹਨਾਂ ਨੂੰ ਜਵਾਬ ਦੇ ਦਿਓ। ਮਨੋਂ ਤਾਂ ਮੈਂ ਧੀ ਦੀ ਗੱਲ ਨਾਲ ਸਹਿਮਤ ਹੋ ਗਿਆ ਸੀ ਕਿ ਜੇ ਰਾਣੀ ਦਾ ਵਿਆਹ ਹੋ ਗਿਆ ਤਾਂ ਉਹ ਬੜੀ ਹੀ ਦੁਖੀ ਹੋਵੇਗੀ, ਪਰ ਉਤਲੇ ਮਨੋਂ ਮੈਂ ਦੱਸਿਆ, ਇਹ ਬੰਦੇ ਬਹੁਤ ਚੰਗੇ ਆ, ਤੂੰ ਬੇਟੀ ਹੱਠ ਨਾ ਕਰ। ਹੱਠ ਤੋਂ ਭਾਵ ਜਿੱਦ ਤੋਂ ਹੈ। ਅਸੀਂ ਤੇਰੇ ਜ਼ਿੰਮੇਵਾਰ ਮਾਪੇ ਹਾਂ, ਉੱਧਰ ਜਾ ਕੇ ਤੂੰ ਮੌਜਾਂ ਕਰੇਂਗੀ। ਕੁੜੀ ਨੇ ਕਹਾਣੀਕਾਰ ਵੱਲ ਲਾਲ ਅੱਖਾਂ ਕੱਢਦੇ ਕਿਹਾ, ਤੁਸੀਂ ਮੈਨੂੰ ਟੂਲ ਬਣਾ ਕੇ ਆਪ ਤਾਂ ਸਾਰਾ ਟੱਬਰ ਵਿਦੇਸ਼ ਜਾਣ ਦੇ ਮਾਰੇ ਮੈਨੂੰ ਬੁੱਢੇ ਦੇ ਲੜ ਲਾ ਰਹੇ ਹੋ। ਇੱਥੇ ਟੂਲ ਤੋਂ ਭਾਵ ਸਾਧਨ, ਜ਼ਰੀਆ ਜਾਂ ਵਸੀਲੇ ਤੋਂ ਲਿਆ ਗਿਆ ਹੈ। ਮੈਂ ਇੱਥੇ ਕੋਈ ਖੂਹ ਟੋਬਾ ਗੰਦ ਕਰੂੰ, ਭਾਵ ਉਹ ਆਪਣੇ ਆਪ ਨੂੰ ਖਤਮ ਕਰਨ ਦੀ ਗੱਲ ਕਹਾਣੀਕਾਰ ਅੱਗੇ ਆਖਦੀ ਹੈ। ਕੁੜੀ ਦੀ ਸਿਰੇ ਵਾਲੀ ਗੱਲ ਸੁਣ ਕੇ ਕਹਾਣੀਕਾਰ ਜਿਵੇਂ ਪੱਥਰ ਬਣ ਕੇ ਰਹਿ ਗਿਆ ਹੋਵੇ। ਝੱਟ ਹੀ ਉਸ ਨੂੰ ਆਪਣੇ ਇੱਕ ਮਾਸਟਰ ਆੜੀ ਤੋਂ ਭਾਵ ਮਿੱਤਰ ਦੀ ਕੁੜੀ ਦੀ ਗੱਲ ਯਾਦ ਆਈ, ਜਿਸਨੇ ਕੈਨੇਡਾ ਰਹਿੰਦਿਆਂ ਸਹੁਰਿਆਂ ਤੋਂ ਤੰਗ ਆ ਕੇ ਸਮੁੰਦਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਮੈਂ ਰਾਣੀ ਧੀ ਨੂੰ ਬੁੱਕਲ ਵਿੱਚ ਲਿਆ ਤੇ ਕਿਹਾ, ਬੇਟੀ ਤੈਨੂੰ ਮੈਂ ਹੁਣ ਕਦੇ ਵੀ ਬਾਹਰ ਜਾਣ ਲਈ ਤੰਗ ਨਹੀਂ ਕਰੂੰਗਾ, ਤੂੰ ਬੇਫਿਕਰ ਹੋ ਜਾ। ਮੈਂ ਉੱਥੋਂ ਬਾਹਰ ਆ ਕੇ ਘਰ ਬੈਠਿਆਂ ਨਾਲ ਰਸਮੀ ਜੀ ਗੱਲ ਕੀਤੀ। ਜਦੋਂ ਉਹਨਾਂ ਨੇ ਲੜਕੀ ਵੇਖਣ ਲਈ ਗੱਲ ਤੋਰੀ ਤਾਂ ਮੈਂ ਪਤਨੀ ਤੇ ਮਿੱਤਰ ਨੂੰ ਨਾਲ ਲੈ ਕੇ ਬਾਹਰ ਆਇਆ। ਅਸੀਂ ਤਿੰਨੇ ਕਮਰੇ ਵਿੱਚ ਬੈਠ ਗਏ। ਮੈਂ ਮਿੱਤਰ ਨੂੰ ਦੁੱਧ ਵਰਗਾ ਚਿੱਟਾ ਜਵਾਬ ਦੇ ਦਿੱਤਾ। ਇੱਥੇ ਦੁੱਧ ਵਰਗਾ ਚਿੱਟਾ ਜਵਾਬ ਤੋਂ ਭਾਵ ਵਿਦਿਆਰਥੀਓ ਕੋਰੀ ਨਾ, ਸਪਸ਼ਟ ਇਨਕਾਰ ਕਿ ਧੀ ਉਸ ਮੁੰਡੇ ਨਾਲ ਨਹੀਂ ਵਿਆਹਣੀ, ਇਸ ਲਈ ਉਸਨੇ ਸਾਫ਼ ਇਨਕਾਰ ਕਰ ਦਿੱਤਾ। ਵੇਖ ਭਾਈ, ਤੈਨੂੰ ਜਿਹੜੀ ਤਕਲੀਫ ਅਸੀਂ ਦਿੱਤੀ ਹੈ, ਤੈਨੂੰ ਮਾਫ਼ੀ ਮੰਗਦੇ ਹਾਂ, ਪਰ ਸਾਡੀ ਧੀ ਕਹਿੰਦੀ ਹੈ ਕਿ ਜੇ ਮੇਰਾ ਇਸ ਬੁੜੇ ਨਾਲ ਸਿਰ ਨੜਰ ਕਰੋਗੇ ਤਾਂ ਮੈਂ ਪਹਿਲਾਂ ਹੀ ਖੁਦਕੁਸ਼ੀ ਕਰ ਲੂੰਗੀ। ਵਿਦਿਆਰਥੀਓ, ਸਿਰ ਨੜਰ ਤੋਂ ਭਾਵ ਹੈ ਕਿ ਵਿਆਹ ਕਰੋਗੇ। ਅਸੀਂ ਇੱਥੇ ਰਿਸ਼ਤਾ ਨਹੀਂ ਕਰਨਾ। ਮੇਰੀ ਪਤਨੀ ਦੇ ਵੀ ਕੋਈ ਚੰਗੀ ਸੋਚ ਮਨ ਵਿੱਚ ਆ ਗਈ। ਉਸਨੇ ਮੇਰੀ ਹਾਂ 'ਚ ਹਾਂ ਮਿਲਾ ਦਿੱਤੀ ਸੀ। ਤੁਸੀਂ ਮੇਰੇ ਬਾਹਰ ਜਾਣ ਦੇ ਮਾਰੇ ਮੈਨੂੰ ਟੂਲ ਬਣਾ ਕੇ ਵਰਤ ਰਹੇ ਹੋ। ਮੈਨੂੰ ਤੁਸੀਂ ਬੁੜੇ ਨਾਲ ਦੇ ਗੱਲ ਲਾ ਰਹੇ ਹੋ। ਧੀ ਦੇ ਮਾਰੇ ਮਿਹਣੇ ਮੇਰੇ ਸੀਨੇ ਵਿੱਚ ਸੱਲ ਕਰ ਰਹੇ ਸਨ। ਇੱਥੇ ਮਿਹਣੇ ਤੋਂ ਭਾਵ ਤਾਨੇ, ਦੋਸ਼ ਜਾਂ ਚੁਭਵੀਂ ਗੱਲ ਹੋ ਸਕਦੀ ਹੈ, ਤੇ ਸੱਲ ਤੋਂ ਭਾਵ ਦਰਦ, ਜਿਹੜੀ ਉਹਨੇ ਦਰਦ ਭਰੀ ਆਪਣੀ ਗੱਲ ਆਖੀ। ਮੈਂ ਹੁਣ ਪੱਕਾ ਫੈਸਲਾ ਕਰ ਲਿਆ ਕਿ ਮੈਂ ਆਪਣੀ ਧੀ ਦਾ ਵਿਆਹ ਇੱਧਰ ਹੀ ਕਰਾਂਗਾ। ਇੱਥੇ ਇੱਧਰ ਤੋਂ ਭਾਵ ਆਪਣੇ ਦੇਸ਼
ਭਾਵ ਭਾਰਤ ਵਿੱਚ ਹੀ ਕਰਾਂਗਾ। ਸੋਚਿਆ ਸੀ ਚਲੋ ਕਿ ਮੈਂ ਤਾਂ ਇੱਥੇ ਜ਼ਿੰਦਗੀ ਮਾੜੀ ਚੰਗੀ ਕੱਟ ਲਈ ਹੈ। ਕਹਾਣੀਕਾਰ ਆਪਣੇ ਆਪ ਦੀ ਜ਼ਿੰਦਗੀ ਦਾ ਬਿਆਨ ਕਰਦਾ ਆਖ ਰਿਹਾ ਹੈ ਕਿ ਕੁੜੀ ਦੇ ਬਹਾਨੇ ਉਹ ਦੋਵੇਂ ਮੁੰਡਿਆਂ ਨੂੰ ਵਿਦੇਸ਼ ਭੇਜ ਦੇਵੇਗਾ। ਇਸ ਦੇਸ਼ ਵਿੱਚੋਂ ਖੱਪ ਮਰਨ ਨਾਲੋਂ ਉਧਰ ਕੰਮ ਕਰਕੇ ਬੰਦੇ ਦੀ ਜਾਨ ਸੌਖੀ ਤਾਂ ਰਹਿੰਦੀ ਹੈ। ਕਹਿੰਦੇ ਉਧਰ ਬੰਦੇ ਦੇ ਕੀਤੇ ਕੰਮ ਦੀ ਮਿਹਨਤ ਨੂੰ ਫਲ ਲੱਗਦਾ ਹੈ। ਅਸੀਂ ਤਾਂ ਉਹਨਾਂ ਲੋਕਾਂ ਦੀ ਰੀਸ ਕਰ ਰਹੇ ਸਾਂ ਜਿਨ੍ਹਾਂ ਲੋਕਾਂ ਕੋਲ ਇੱਧਰ 100 ਕਿੱਲੇ ਜ਼ਮੀਨ ਆ। ਚੰਗੇ ਕੰਮ ਧੰਦੇ ਹੋਰ ਵੀ ਚੱਲਦੇ ਆ, ਉਹ ਵੀ ਆਪਣੀਆਂ ਧੀਆਂ ਨੂੰ ਵਿਦੇਸ਼ ਵਿੱਚ ਵਿਆਹ ਦਿੰਦੇ ਹਾਂ। ਉਹ ਵੀ ਲੋਕ ਜਿਹੜੇ ਇੱਧਰ ਮੌਜਾਂ ਮਾਣਦੇ ਆ ਉੱਧਰ ਜਾ ਕੇ ਸੈੱਟ ਹੋਣ ਦੀਆਂ ਸਕੀਮਾਂ ਬਣਾਉਂਦੇ ਆ। ਅਖਬਾਰਾਂ ਵਿੱਚ ਆਮ ਹੀ ਆਪਾਂ ਠੱਗੀ ਠੋਰੀ ਦੀਆਂ ਖਬਰਾਂ ਪੜ੍ਹਦੇ ਹਾਂ ਕਿ ਇੱਥੋਂ ਗਏ ਮੁੰਡੇ ਆਪ ਸੈੱਟ ਹੋਣ ਦੇ ਮਾਰੇ ਮੇਮਾਂ ਨਾਲ ਫਰਜ਼ੀ ਵਿਆਹ ਕਰਾਉਂਦੇ ਨੇ। ਇੱਥੇ ਠੱਗੀ ਠੋਰੀ ਦੀਆਂ ਭਾਵ ਹੈ ਜਿਹੜੇ ਮੁੰਡੇ ਇੱਧਰੋਂ ਦੀ ਉੱਧਰ ਕੁੜੀਆਂ ਵਿਆਹ ਕੇ ਲਿਜਾਂਦੇ ਨੇ, ਇੱਧਰਲਿਆਂ ਨਾਲ ਠੱਗੀ ਠੋਰੀ ਭਾਵ ਹੇਰਾ ਫੇਰੀ ਕਰਦੇ ਨੇ ਔਰ ਉੱਥੇ ਸੈੱਟ ਹੋਣ ਲਈ ਫਰਜ਼ੀ ਵਿਆਹ ਕੀ ਇੱਕ ਕਾਗਜ਼ੀ ਵਿਆਹ ਕਰਵਾਇਆ ਜਾਂਦਾ ਹੈ ਜਿਹੜਾ ਕਿ ਉੱਥੇ ਪੱਕੇ ਹੋਣ ਲਈ ਉਹ ਕਰਵਾਉਂਦੇ ਨੇ। ਬੱਚੇ ਵੀ ਹੋ ਜਾਂਦੇ ਆ, ਫਿਰ ਇੱਧਰ ਦੇਸ਼ ਵਿੱਚ ਆ ਕੇ ਚੰਗੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ ਦਾਜ ਬਟੋਰ ਕੇ ਲੱਖਾਂ ਰੁਪਏ ਲੈ ਜਾਂਦੇ ਆ। ਕੁੜੀ ਵਿਚਾਰੀ ਸਾਲਾਂ ਬੱਧੀ ਤੋਂ ਬਾਅਦ ਕਈ ਸਾਲ ਉਹਦੀ ਉਡੀਕ ਭਾਵ ਇੰਤਜ਼ਾਰ ਕਰਦੀ ਰਹਿੰਦੀ ਹੈ। ਕਿਸੇ ਪਾਸੇ ਜੋਗੀ ਨਹੀਂ ਰਹਿੰਦੀ, ਨਾ ਭਾਰਤ ਜੋਗੀ ਤੇ ਨਾ ਹੀ ਬਾਹਰਲੇ ਮੁਲਕ ਜੋਗੀ। ਜੇ ਅਜਿਹੇ ਲਾਲਚੀ ਵਿਆਹ ਕਰਵਾ ਕੇ ਕੁੜੀ ਨੂੰ ਨਾਲ ਲੈ ਵੀ ਜਾਂਦੇ ਆ ਤਾਂ ਉੱਧਰ ਲਿਜਾ ਕੇ ਛੱਡ ਦਿੰਦੇ ਹਨ। ਹਾਂ, ਮੇਰੀ ਧੀ ਨੇ ਪਰਦੇਸ ਨਾ ਜਾਣ ਦੀ ਅੜੀ ਤੋਂ ਭਾਵ ਜਿੱਦ ਕਰਕੇ ਮੇਰੇ ਕਪਾਟ ਭਾਵ ਦਿਮਾਗ ਵਿਚਲੀ ਸੋਚ ਖੋਲ ਦਿੱਤੀ ਹੈ। ਮੈਂ ਆਪਣੀ ਰਾਣੀ ਧੀ ਨੂੰ ਪਰਦੇਸ ਨਹੀਂ ਭੇਜਾਂਗਾ, ਕਦੇ ਨਹੀਂ, ਹਰਗਿਜ਼ ਤੋਂ ਭਾਵ ਕਿਸੇ ਵੀ ਕੀਮਤ ਤੇ ਨਹੀਂ। ਮੈਂ ਆਪਣੀ ਧੀ ਨੂੰ ਆਪਣੇ ਦੇਸ਼ ਵਿੱਚ ਹੀ ਵਿਆਹਾਂਗਾ। ਧੰਨਵਾਦ।